इंसैक्टीसाइड, हर्बीसाइड, फंगीसाइड, कीड़े मार दवाई होवे है ना, चाहे कोई है ना घाह फूस मारने वाली दवाई होवे, किसी भी दवाई दे विचों मिक्स हुंदा हैगा। अपने आप दे विचों कोई दवाई नहीं हैगी, जिवें उहदा नाम तुसीं सुन रहे हैगे ऑल परपस स्प्रे एडजुवेंट, अपने आप च दवाई नहीं हैगी कि तुसीं उहनूं किसी खेत दे विच छिड़क दोगे तां है ना कीड़े मर जाणगे या गुल्ली डंडा मर जाएगा, ऐसा नहीं हैगा। लेकिन अगर तुसीं कोई दवाई का इस्तेमाल कर रहे हो, कीड़े मार दवाई का इस्तेमाल कर रहे हो या गुल्ली डंडे नूं मारन लई इस्तेमाल कर रहे हैगे हो, ਉਹਦੇ ਵਿੱਚ ਉਹਨੂੰ ਮਿਲਾਉਣਾ ਹੈਗਾ। ਔਰ ਉਹਦਾ ਫਾਇਦਾ ਕੀ ਹੋਏਗਾ ਕਿ ਤੁਹਾਡੀ ਜਿਹੜੀ ਦਵਾਈ ਹੈਗੀ ਹੈ ਉਹਦੀ ਪਾਵਰ ਵੱਧ ਜਾਏਗੀ। ਉਹ ਇਨਹੈਂਸਰ ਦਾ ਕੰਮ ਕਰਦਾ ਹੈਗਾ, ਪੈਨੀਟ੍ਰੇਟਰ ਹੈਗਾ ਹੈ ਨਾ, ਕਹਿਣ ਦਾ ਮਤਲਬ ਉਹ ਤੁਹਾਡੀ ਦਵਾਈ ਦੀ ਤਾਕਤ ਨੂੰ ਵਧਾ ਦੇਗਾ, ਪਹਿਲਾ ਕੰਮ ਉਹਦਾ ਹੈਗਾ। ਦੂਸਰਾ ਉਹ ਸਪਰੈਡਰ ਹੈ, ਉਹ ਦਵਾਈ ਨੂੰ ਖਡਾਉਣ ਦੇ ਵਿੱਚ ਕੰਮ ਕਰਦਾ ਹੈਗਾ। ਅਗਰ ਕੋਈ ਹੈ ਨਾ ਘਾਹ ਫੂਸ ਮਾਰਨ ਵਾਲੀ ਗੁੱਲੀ ਡੰਡੇ ਦੀ ਦਵਾਈ ਜਿਹੜੀ ਆਪਾਂ ਕਹਿੰਦੇ ਹੈਗੇ ਆ, ਉਹਨੂੰ ਬਾਰ-ਬਾਰ ਕਰਨਾ ਪੈਂਦਾ ਲੋਕਾਂ ਨੂੰ, ਜਿਹੜੇ ਲੋਕ ਕਿਸਾਨ ਹੈਗੇ ਸਮਝ ਸਕਦੇ ਆ, 3-3 4-4 ਵਾਰੀ ਸਪਰੇਅ ਕਰਨੀ ਪੈਂਦੀ ਹੈਗੀ ਹੈ। ਉਹਦੇ ਕਈ ਸਾਰੇ ਕਾਰਨ ਹੁੰਦੇ ਨੇ ਕਿ ਦਵਾਈ ਸਾਰੇ ਪੱਤੇ ਤੇ ਨਹੀਂ ਡਿੱਗ ਪਾਉਂਦੀ ਹੈਗੀ। ਲੇਕਿਨ ਅਗਰ ਤੁਸੀਂ ਐਫਸਾਈਟੀ ਮਿਲਾ ਕੇ ਉਹਨੂੰ ਅਗਰ ਉਹਦੇ ਵਿੱਚ ਮਿਲਾ ਕੇ ਪਾਤਾ ਤਾਂ ਦੋਸਤੋ ਹੋ ਸਕਦਾ 4 ਦੀ ਜਗ੍ਹਾ 2 ਵਾਰੀ ਸਪਰੇਅ ਕਰਨੀ ਪਵੇ, ਗੁੱਲੀ ਡੰਡਾ ਜਮੇ ਖਤਮ ਹੋ ਜਾਏਗਾ। ਕਿਉਂ? ਕਿਉਂਕਿ ਉਹ ਦਵਾਈ ਨੂੰ ਫੈਲਾ ਦਿੰਦਾ, ਉਹ ਸਪਰੈਡਰ ਦਾ ਕੰਮ ਕਰਦਾ ਹੈਗਾ। ਹੁਣ ਇੱਥੇ ਆਪਾਂ ਬਹੁਤ ਸਾਰੇ ਲੋਕ ਬੈਠੇ ਹਾਂ, ਮੈਂ ਤੁਹਾਨੂੰ ਡੈਮੋ ਕਰਕੇ ਨਹੀਂ ਦਿਖਾ ਸਕਦਾ ਕਿਉਂਕਿ ਹੈ ਨਾ ਵਿਜ਼ੀਬਲ ਨਹੀਂ ਹੋਣੀ, ਨਜ਼ਰ ਨਹੀਂ ਆਉਣਾ ਹੈਗਾ। ਅਗਰ ਤੁਸੀਂ ਉਹਦੀ ਡੈਮੋ ਦੇਖੋ ਜਿਹਦੇ ਨਾਲ ਆਏ ਹੋ ਬੈਠ ਕੇ ਸਮਝਣਾ ਕਿ ਅਗਰ ਉਹਨੂੰ ਤੁਸੀਂ ਮਾੜਾ ਜਿਹਾ ਨਾਲ ਪਾਉਣੇ ਹੈਗੇ ਹੋ ਐਫਸਾਈਟੀ ਨੂੰ ਤਾਂ ਦਵਾਈ ਏਦਾਂ ਖਿੱਚ ਜਾਂਦੀ ਹੈ। ਉਹਦਾ ਮਤਲਬ ਇਹ ਹੈ ਕਿ ਜਦੋਂ ਦਵਾਈ ਪੱਤੇ ਤੇ ਡਿੱਗੇਗੀ ਤਾਂ ਉਦੋਂ ਵੀ ਖਿੱਚ ਜਾਏਗੀ। ਕੰਮ ਦਵਾਈ ਨਹੀਂ ਕਰਨਾ, ਐਫਸਾਈਟੀ ਦਾ ਕੰਮ ਹੈ ਉਹਨੂੰ ਖੰਡਾ ਦੇਣਾ, ਤਾਂ ਜੋ ਦਵਾਈ ਹੈਗੀ ਜ਼ਿਆਦਾ ਤੋਂ ਜ਼ਿਆਦਾ ਆਪਣਾ ਹੈ ਨਾ ਕੰਮ ਕਰ ਸਕੇਗੀ। ਦੂਸਰਾ ਪੈਨੀਟ੍ਰੇਟਰ, ਉਹਦਾ ਮਤਲਬ ਹੈਗਾ ਕਿ ਧਰਤੀ ਦੇ ਵਿੱਚ ਜ਼ਿਆਦਾ ਜਾਏ। ਹੁਣ ਕਈ ਵਾਰੀ ਕੀ ਹੁੰਦਾ ਹੈਗਾ ਗੁੱਲੀ ਡੰਡਾ ਉੱਪਰੋਂ ਤਾਂ ਮਰ ਜਾਂਦਾ ਲੇਕਿਨ ਉਹ ਦੁਬਾਰੇ ਉੱਗ ਜਾਂਦਾ ਕਿਉਂਕਿ ਉਹਦੀ ਜੜ੍ਹਾਂ ਰਹਿ ਜਾਂਦੀਆਂ ਨੇ। ਦਵਾਈ ਨੇ ਉੱਪਰੋਂ ਕੰਮ ਕਰਤਾ ਲੇਕਿਨ ਅਗਰ ਐਫਸਾਈਟੀ ਮਿਲਾ ਕੇ ਦੋਸਤੋ ਤੁਸੀਂ ਪਾਓਗੇ ਤਾਂ ਉਹਦੀ ਜੜ੍ਹਾਂ ਤੱਕ ਚਲੀ ਜਾਏਗੀ ਉਹ ਦਵਾਈ, ਔਰ ਉਹ ਥੱਲੇ ਦੁਬਾਰਾ ਘਾਹ ਫੂਸ ਨਹੀਂ ਉੱਗੇਗਾ। ਅਗਰ ਤੁਸੀਂ ਐਫਸਾਈਟੀ ਦੀ ਸਪਰੇਅ ਕਰਤੀ ਔਰ ਉਸ ਤੋਂ ਬਾਅਦ ਹਵਾ ਵੀ ਚੱਲ ਪੈਂਦੀ ਹੈਗੀ ਹੈ ਤਾਂ ਵੀ ਕੋਈ ਕੰਮ ਨਹੀਂ, ਉਹਦਾ ਨੁਕਸਾਨ ਨਹੀਂ ਹੁੰਦਾ ਹੈਗਾ। ਨਹੀਂ ਤਾਂ ਕਿਸਾਨ ਭਰਾ ਕੀ ਕਰਦੇ ਆ, ਹਵਾ ਦੇਖ ਕੇ ਸਪਰੇਅ ਕਰਦੇ ਨੇ। ਅਗਰ ਹਨੇਰੀ ਆਉਣ ਦੀ ਸੰਭਾਵਨਾ ਹੋਵੇ ਤਾਂ ਉਹ ਸਪਰੇਅ ਨਹੀਂ ਕਰਦੇ ਕਿ ਹਨੇਰੀ ਚੱਲਣ ਵਾਲੀ ਹੈ ਯਾਰ, ਕਿਉਂ? ਕਿਉਂਕਿ ਦਵਾਈ ਛਿੜਕ ਜਾਂਦੀ ਹੈ ਪੱਤਿਆਂ ਦੇ ਉੱਤੋਂ, ਡਿੱਗ ਪੈਂਦੀ ਹੈਗੀ ਥੱਲੇ। ਲੇਕਿਨ ਅਗਰ ਐਫਸਾਈਟੀ ਮਿਲਾ ਕੇ ਤੁਸੀਂ ਕਰ ਦਿੱਤਾ ਹੈਗਾ ਤਾਂ ਉਹ ਪ੍ਰੋਬਲਮ ਤੋਂ ਵੀ ਬਚ ਸਕਦੇ ਹੈਗੇ। ਪੈਨੀਟ੍ਰੇਟਰ, ਸਪਰੈਡਰ, ਇਨਹੈਂਸਰ, ਬਹੁਤ ਸਾਰੇ ਕੰਮ ਹੈਗੇ ਆ ਦੋਸਤੋ ਉਹਦੇ, ਬਹੁਤ ਸਾਰੇ। ਔਰ ਦਵਾਈਆਂ ਨੂੰ ਘੋਲਣ ਦੇ ਵਿੱਚ ਬੜਾ ਕੰਮ ਕਰਦੀ ਹੈਗੀ ਆ ਉਹ। ਕਈ ਦਵਾਈਆਂ ਹੈਗੀਆਂ ਹੁੰਦੀਆਂ ਹੈਗੀਆਂ ਨੇ ਜਿਹੜੀਆਂ ਤੇਲੀਏ ਉਹਨੂੰ ਕਹਿੰਦੇ ਤੇਲ ਵਾਲੀਆਂ ਹੁੰਦੀਆਂ ਨੇ, ਉਹਨੂੰ ਢੋਲੀ ਦੇ ਵਿੱਚ ਲੋਕ ਪਾਉਂਦੇ ਨੇ ਔਰ ਫਿਰ ਡੰਡਾ ਲੈ ਕੇ ਉਹਨੂੰ ਘੁਮਾਉਂਦੇ ਰਹਿੰਦੇ ਆ ਕਿ ਉਹ ਤੇਲ ਵਾਲੀ ਦਵਾਈ ਹੈ, ਘੁਲ ਜਾਵੇ ਚੰਗੀ ਤਰ੍ਹਾਂ ਦੇ ਨਾਲ। ਉਹ ਘੁਲਦੀ ਨਹੀਂ ਹੈਗੀ, ਤੇਲ ਟਾਈਪ ਹੁੰਦੀ ਹੈਗੀ ਹੈ। ਜਿਵੇਂ ਨਾ ਤੁਸੀਂ ਸਰੋਂ ਦਾ ਤੇਲ ਲਓ, ਉਹਨੂੰ ਕਦੇ ਪਾਣੀ 'ਚ ਘੁਲਦਾ ਹੀ ਨਹੀਂ, ਉੱਪਰ ਹੀ ਰਹੇਗਾ। ਏਦਾਂ ਹੀ ਦਵਾਈਆਂ ਹੁੰਦੀਆਂ ਬਹੁਤ ਸਾਰੀਆਂ, ਤਾਂ ਕਿਸਾਨ ਆਪਣੇ ਪਰੇਸ਼ਾਨ ਰਹਿੰਦੇ ਨੇ ਉਹਦੇ ਨਾਲ। ਲੇਕਿਨ ਅਗਰ ਐਫਸਾਈਟੀ ਤੁਸੀਂ ਉਹਦੇ ਵਿੱਚ ਪਾਤਾ ਦੋਸਤੋ ਔਰ ਉਹਨੂੰ ਮਾੜਾ ਜਿਹਾ ਹਿਲਾਓਗੇ, ਉਹ ਦਵਾਈ ਇੱਕਦਮ ਤੋਂ ਘੁਲ ਜਾਂਦੀ ਹੈਗੀ ਹੈ। ਉਹਦਾ ਬਹੁਤ ਫਾਇਦਾ ਹੁੰਦਾ, ਬਹੁਤ ਸੌਖਾ ਹੋ ਜਾਂਦਾ ਉਹਦੇ ਨਾਲ। ਔਰ ਫਿਰ ਉਸ ਤੋਂ ਬਾਅਦ ਕੀ ਹੁੰਦਾ, ਕਈ ਵਾਰ ਨਿਊਜ਼ਲਾਂ ਦੇ ਵਿੱਚ ਫਸ ਜਾਂਦੀਆਂ ਜਾ ਕੇ ਦਵਾਈਆਂ, ਉਹ ਢੋਲੀਆਂ ਸਾਫ਼ ਹੀ ਕਰਦੇ ਰਹਿੰਦੇ ਹੈਗੇ ਕਿਸਾਨ। ਲੇਕਿਨ ਅਗਰ ਐਫਸਾਈਟੀ ਦੀ ਵਰਤੋਂ ਕਰੋਗੇ ਉਹ ਵੀ ਪ੍ਰੋਬਲਮ ਨਹੀਂ ਆਏਗੀ। ਹੋਰ ਬਹੁਤ ਸਾਰੇ ਤਰੀਕੇ ਹੈਗੇ ਨੇ, ਉਹਦੇ ਬਹੁਤ ਸਾਰੇ ਫਾਇਦੇ ਲਏ ਜਾ ਸਕਦੇ ਹੈਗੇ ਆ। ਔਰ ਅਖੀਰ ਦੇ ਵਿੱਚ ਝਾੜ ਵੀ ਵੱਧ ਜਾਂਦਾ ਉਹਦੇ ਨਾਲ। ਪਹਿਲੀ ਗੱਲ ਤਾਂ ਦਵਾਈਆਂ ਦਾ ਖਰਚਾ ਘਟ ਜਾਂਦਾ ਔਰ ਇਹ ਬਹੁਤ ਹੀ ਇਕਨੋਮਿਕਲ, ਬਹੁਤ ਥੋੜੇ ਪੈਸਿਆਂ ਨਾਲ ਲੱਗਦੀ ਹੈਗੀ ਹੈ। ਇਹ 1100 ਰੁਪਏ ਲੀਟਰ ਪੈਂਦੀ ਹੈਗੀ ਹੈ। ਔਰ ਅਗਰ ਕਣਕ ਦੇ ਵਿੱਚ ਮੈਂ ਗੱਲ ਕਰਾਂ ਤਾਂ 10-10 ਏਕੜ ਦੇ ਵਿੱਚ 10-10 ਕਿੱਲਿਆਂ 'ਚ ਪੈਂਦੀ ਹੈ। ਹੁਣ ਝੋਨੇ ਦੀ ਵਰਤੋਂ ਹੋਏਗੀ ਇਹਦੇ 'ਚ ਥੋੜੀ ਜਿਹੀ ਜ਼ਿਆਦਾ ਲੱਗਦੀ ਹੈ ਲੇਕਿਨ ਫਿਰ ਵੀ 4-5 ਕਿੱਲਿਆਂ ਦੇ ਵਿੱਚ ਲੱਗ ਜਾਏਗੀ। ਮੈਂ ਕਹਿੰਦਾ ਅਗਰ 4 ਜਾਂ 5 ਕਿੱਲਿਆਂ ਦੇ ਵਿੱਚ ਪਈ 1100 ਰੁਪਏ, ਕਿੰਨਾ ਖਰਚਾ ਆਇਆ ਜੀ? 200, 250, 250 ਰੁਪਏ। 200-250 ਰੁਪਏ ਦਾ ਖਰਚਾ 1 ਕਿੱਲੇ ਦਾ, ਕੀ ਫਾਇਦਾ? ਕਿੰਨਾ ਕੁ ਹੋਇਆ? ਕੁਛ ਵੀ ਨਹੀਂ। ਬਾਜ਼ਾਰ ਦੀਆਂ ਜਿਹੜੀਆਂ ਦਵਾਈਆਂ ਹੈਗੀਆਂ ਉਹ ਬਹੁਤ ਮਹਿੰਗੀਆਂ ਨੇ, 2-2 ਹਜ਼ਾਰ ਰੁਪਏ ਕਿਲੋ, 2-2 ਹਜ਼ਾਰ ਰੁਪਏ ਲੀਟਰ, ਪਤਾ ਨਹੀਂ ਕਿੰਨੀਆਂ ਮਹਿੰਗੀਆਂ ਦਵਾਈਆਂ ਨੇ ਦੋਸਤੋ। ਔਰ ਫਿਰ ਕਈ ਵਾਰੀ ਮੈਂ ਦੇਖਿਆ ਲੋਕ ਕੀ ਕਰਦੇ ਕਿ ਦਵਾਈਆਂ ਹੈ ਨਾ ਇਸਤੇਮਾਲ ਹੋ ਜਾਂਦੀਆਂ ਔਰ ਬਾਅਦ ਦੇ ਵਿੱਚ ਕਹਿੰਦੇ ਆ ਦਵਾਈ ਨਕਲੀ ਆ ਗਈ, ਦਵਾਈ ਨੇ ਕੰਮ ਹੀ ਨਹੀਂ ਕੀਤਾ ਆਪਦਾ। ਲੇਕਿਨ ਅਗਰ ਇਹਨੂੰ ਤੁਸੀਂ ਵਰਤ ਲਿਆ ਤਾਂ ਉਹ ਪ੍ਰੋਬਲਮ ਤੋਂ ਵੀ ਤੁਹਾਡਾ ਛੁਟਕਾਰਾ ਹੋ ਜਾਏਗਾ, ਮਹਿੰਗੀਆਂ ਦਵਾਈਆਂ ਤੋਂ ਬਚ ਸਕਦੇ ਹੈਗੇ। ਅਗਰ 4 ਦੀ ਜਗ੍ਹਾ 2 ਵਾਰੀ ਸਪਰੇਅ ਹੋਈ ਤਾਂ ਮਹਿੰਗੀਆਂ ਦਵਾਈਆਂ ਦਾ ਖਰਚਾ ਘਟ ਗਿਆ ਕਿ ਨਹੀਂ ਘਟ ਗਿਆ? ਉਹ ਵੀ ਫਾਇਦਾ ਹੋਇਆ। ਔਰ ਅਖੀਰ ਦੇ ਵਿੱਚ ਤੁਹਾਡਾ ਝਾੜ ਵਧਣ ਦੇ ਵਿੱਚ ਵੀ ਹੈ ਨਾ ਇਹ ਚੀਜ਼ਾਂ ਕੰਮ ਕਰਦੀਆਂ ਹੈਗੀਆਂ ਨੇ। ਹੁਣ ਇੱਥੇ ਮੇਰੇ ਕੋਲ ਲਿਟਰੇਚਰ ਨਹੀਂ ਹੈਗਾ ਜਿਹਦੇ ਨਾਲ ਆਏ, ਤੁਸੀਂ ਉਹ ਤੋਂ ਲੈ ਲੈਣਾ, ਉਹਦੇ 'ਚ ਲਿਖ ਕੇ ਦਿੱਤਾ ਹੋਇਆ ਕਿ ਅਗਰ ਕਣਕ ਦੇ ਵਿੱਚ ਤੁਸੀਂ ਇਸਤੇਮਾਲ ਕਰਦੇ ਹੋ ਤਾਂ 1 ਏਕੜ 'ਚ ਕਿੰਨਾ ਵਾਧਾ ਹੋ ਜਾਏਗਾ, ਚੌਲਾਂ ਦੇ ਵਿੱਚ ਇਸਤੇਮਾਲ ਕਰੋਗੇ ਤਾਂ ਕਿੰਨਾ, ਗੰਨੇ 'ਚ ਕਿੰਨਾ, ਆਲੂ 'ਚ ਕਿੰਨਾ, ਹਰ ਫਸਲ ਦਾ ਦਿੱਤਾ ਹੋਇਆ, ਕਪਾਹ ਦੇ ਵਿੱਚ ਕਿੰਨਾ, ਹਰ ਫਸਲ, ਕੋਈ ਵੀ ਸਬਜ਼ੀ ਫਸਲ ਔਰ ਜਿਵੇਂ ਅੰਬ, ਕੋਈ ਵੀ खेती ਹੋਵੇ ਕਿਸੇ ਕਿਸਮ ਦੀ, ਹਰੇਕ खेती ਦੀ ਡਿਟੇਲ ਦਿੱਤੀ ਹੋਈ ਹੈਗੀ ਹੈ। ਔਰ ਬਹੁਤ ਸਾਰੀਆਂ ਵੱਡੀਆਂ ਯੂਨੀਵਰਸਿਟੀਜ਼ ਦੇ ਨਾਲ ਇਹਦੇ ਸਰਟੀਫਿਕੇਟ ਲੱਗੇ ਹੋਏ ਹੈਗੇ ਨੇ, ਜਿਹੜੀਆਂ ਯੂਨੀਵਰਸਿਟੀਆਂ ਕਹਿੰਦੀਆਂ ਹੈਗੀਆਂ ਕਿ ਇਹਨੂੰ ਇਸਤੇਮਾਲ ਕਰਨਾ ਚਾਹੀਦਾ, ਜਿੱਥੇ ਰਿਸਰਚ ਕੀਤੀ ਹੈਗੀ ਹੈ ਉਹਨਾਂ ਨੇ।
ਤਾਂ ਦੋਸਤੋ ਬਹੁਤ ਹੀ ਜ਼ਬਰਦਸਤ ਪ੍ਰੋਡਕਟ ਹੈਗਾ ਆਲ ਪਰਪਸ ਸਪਰੇ ਐਡਜੂਵੈਂਟ ਹੈ XIT। ਤਾਂ ਜਿੰਨੇ ਕਿਸਾਨ ਭਰਾ ਹੈਗੇ ਨੇ ਉਹਨਾਂ ਨੂੰ ਜਾਣਕਾਰੀ ਲੈਣੀ ਚਾਹੀਦੀ ਹੈਗੀ ਹੈ। ਅਗਰ ਉਹ ਇੱਥੇ ਨਹੀਂ ਆ ਪਾਉਂਦੇ ਹੈਗੇ, ਤੁਸੀਂ ਜਿੰਨਾਂ ਨੂੰ ਜਾਣਦੇ ਹੋ ਦੋਸਤੋ ਜਾ ਕੇ ਦੱਸੋ, ਕਿਉਂਕਿ ਹੁਣ ਝੋਨੇ ਦਾ ਸੀਜ਼ਨ ਆਉਣਾ ਹੈਗਾ ਅਗਲੇ ਮਹੀਨੇ ਤੋਂ। ਹੁਣ ਨਾ ਮਈ 26 ਮਈ ਤਾਂ ਜੂਨ ਦੇ ਵਿੱਚ ਨਾ 20 ਜੂਨ ਦੀ ਤਰੀਕ ਹੈਗੀ ਹੈ ਸ਼ਾਇਦ, ਜਦੋਂ ਝੋਨਾ ਨਾ ਲਾਉਣਾ ਹੈਗਾ ਹੁਣ ਲੋਕਾਂ ਨੇ। ਤਾਂ ਆਹ ਹੁਣ ਤੋਂ ਲੈ ਕੇ 20 ਤਰੀਕ ਤੱਕ ਤੁਸੀਂ ਜਿੰਨੇ ਮਰਜ਼ੀ ਲੋਕਾਂ ਨੂੰ ਦੱਸੋ ਔਰ ਉਹ ਸਾਰਿਆਂ ਦਾ ਫਾਇਦਾ ਹੋਏਗਾ, ਕਿਉਂਕਿ ਉਹਦੇ 'ਚ ਡਿਫਰੈਂਟ ਤਰੀਕੇ ਨਾਲ ਉਹਦੀ ਵਰਤੋਂ ਹੁੰਦੀ ਹੈਗੀ ਹੈ। ਉਹ ਤੁਹਾਨੂੰ ਪਹਿਲਾਂ ਉਹਨਾਂ ਨੂੰ ਦੱਸਣਾ ਪਏਗਾ ਦੋਸਤੋ। ਅਗਰ ਉਹਨਾਂ ਨੇ ਆਪਣੀਆਂ ਸਾਰੀਆਂ ਦਵਾਈਆਂ ਵਗੈਰਾ ਖਰੀਦ ਲਈਆਂ ਔਰ ਉਹ ਕਰ ਲਿਆ, ਫਿਰ ਬਾਅਦ ਦੇ ਵਿੱਚ ਨਹੀਂ ਗੱਲ ਬਣੇਗੀ। ਤਾਂ ਹੁਣ ਜਾ ਕੇ ਤੁਸੀਂ ਉਹਨਾਂ ਦਾ ਫਾਇਦਾ ਕਰੋ, ਤੁਹਾਡਾ ਬਿਜ਼ਨਸ ਤਾਂ ਜੋ ਵਧੇਗਾ ਹੀ ਵਧੇਗਾ, ਲੇਕਿਨ ਉਹਨਾਂ ਦਾ ਫਾਇਦਾ ਵੀ ਹੋਏਗਾ ਦੋਸਤੋ। ਜਿੰਨੇ ਕਿਸਾਨ ਭਰਾ ਹੈਗੇ ਨੇ ਆਪਾਂ ਉਹਨਾਂ ਦਾ ਫਾਇਦਾ ਕਰ ਸਕਦੇ ਹਾਂ ਜਾ ਕੇ। ਤਾਂ ਦੋਸਤੋ ਬਹੁਤ ਵਧੀਆ ਪ੍ਰੋਡਕਟ ਹੈਗਾ। ਅਗਰ ਕੋਈ ਇਨਸਾਨ ਸਹੀ ਤਰੀਕੇ ਨਾਲ ਉਹਨੂੰ ਵਰਤੋਂ ਕਰੇ ਤਾਂ ਉਹਨੂੰ ਲਗਾਤਾਰ ਵਰਤੋਂ ਕਰਦਾ ਹੈ। ਮੇਰੇ ਇਹੋ ਜਿਹੇ ਬਹੁਤ ਸਾਰੇ ਜਾਣਕਾਰ ਨੇ, ਮੇਰੇ ਇਹੋ ਜਿਹੇ ਰਿਸ਼ਤੇਦਾਰੀ 'ਚ ਬਹੁਤ ਸਾਰੇ ਰਿਸ਼ਤੇਦਾਰ ਹੈਗੇ ਨੇ, ਕਿਉਂਕਿ ਅਸੀਂ ਕਿਸਾਨ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ। ਉਹ ਲਗਾਤਾਰ ਵਰਤਦੇ ਨੇ, ਲਗਾਤਾਰ, ਔਰ ਸਾਰੇ ਪਿੰਡ ਦੇ ਵਿੱਚੋਂ ਸਭ ਤੋਂ ਵੱਧ ਝਾੜ ਉਹਨਾਂ ਦਾ ਰਹਿੰਦਾ ਹੈਗਾ। ਜੋ ਮਰਜ਼ੀ ਹਾਲਾਤ ਹੋਣ, ਐਤਕੀ ਕਣਕ ਦੇ ਹਾਲਾਤ ਬਹੁਤ ਬੁਰੇ ਸੀਗੇ। 12 14 13 ਕੁਆਂਟਲ ਤੋਂ ਉੱਤੇ ਲੋਕਾਂ ਦੀ ਕਣਕ ਨਹੀਂ ਵਧੀ ਹੈਗੀ ਦੋਸਤੋ। ਜਿਹੜੇ ਨਾਲ ਰਿਲੇਟਡ ਨੇ ਉਹਨਾਂ ਨੂੰ ਪਤਾ ਹੈਗਾ, ਜਿਹੜੇ ਖੇਤੀ ਕਰਦੇ ਆ ਉਹਨਾਂ ਦੀ 21 ਕੁਆਂਟਲ ਤੇ ਨਿਕਲੀ ਹੈਗੀ ਹੈ। 21 ਕੁਆਂਟਲ ਸਿਰਫ ਇੱਕੋ ਹੀ ਪਰਿਵਾਰ ਪੂਰੇ ਪਿੰਡ ਚੋਂ ਜਿਹਦੀ 21 ਕੁਆਂਟਲ ਤੇ ਨਿਕਲੀ ਹੈਗੀ ਹੈ। ਔਰ ਹਰ ਸਾਲ ਇਦਾਂ ਹੀ ਹੁੰਦਾ, ਹਰ ਸਾਲ। ਔਰ ਝੋਨੇ ਦੇ ਵਿੱਚ ਵੀ ਕਣਕ ਦੇ ਵਿੱਚ ਵੀ ਝੋਨੇ ਦਾ 40 ਕੁਆਂਟਲ ਦਾ ਝਾੜ ਲੈਂਦੇ ਹੈਗੇ ਆ ਉਹ, 40 ਕੁਆਂਟਲ। ਨਹੀਂ ਤਾਂ ਲੋਕ 30 32 33 ਇੱਥੇ ਤੱਕ ਰਹਿੰਦੇ ਜਦੋਂ ਵਧੀਆ ਝਾੜ ਹੁੰਦਾ ਹੈਗਾ। ਤਾਂ ਅਗਰ ਲਗਾਤਾਰ ਵਰਤੋਂਗੇ ਤਾਂ ਖੇਤ ਦੇ ਵਿੱਚ ਉਹਦਾ ਬਹੁਤ ਫਾਇਦਾ ਹੁੰਦਾ ਹੈਗਾ ਦੋਸਤੋ। ਬੜਾ ਜ਼ਬਰਦਸਤ ਪ੍ਰੋਡਕਟ ਹੈ, ਉਹਦੀ ਜਾਣਕਾਰੀ ਲਓ, ਨਾਲੇ ਲੋਕਾਂ ਨੂੰ ਉਹਦੀ ਜਾਣਕਾਰੀ ਦਿਓ। ਇਹ XIT ਦਾ ਟ੍ਰੇਨਰ ਆਉਣਾ ਸੀਗਾ ਅੱਜ, ਉਹ ਨਹੀਂ ਆ ਪਾਏ ਕਿਸੇ ਕਾਰਨਵਸ਼, ਅਦਰਵਾਈਜ਼ ਤੋਂ ਕੁਝ ਡੈਮੋ ਵਗੈਰਾ ਕਰਕੇ ਦਿਖਾਉਂਦੇ ਤੁਹਾਨੂੰ ਹੋਰ। ਤੇ ਅੱਜ ਮੈਂ ਇੰਨਾ ਕੀ ਦੱਸ ਪਾਇਆ ਤੁਹਾਨੂੰ, ਬਾਕੀ ਜਿਹਦੇ ਨਾਲ ਆ ਜਾਓ ਤੁਸੀਂ ਉਹਦੀ ਹੋਰ ਜਾਣਕਾਰੀ ਲੈ ਲੈਣਾ ਦੋਸਤੋ। ਔਰ ਇਸ ਤੋਂ ਬਾਅਦ ਆਪਣੇ